पेश है विज्ञान लड़ीवार आउण वाला कल दी 35वीं कड़ी। लड़ीवार संयोजक डॉक्टर BK त्यागी। पंजाबी रूपांतर खोज ते लेखन भारत ज्ञान विज्ञान सम्मति पंजाब ते चंडीगढ़। हाँ जी प्यारे श्रोतियो, ਤੁਹਾਡਾ ਸਭ ਦਾ ਅੱਜ ਦੇ ਬਨੌਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ 35ਵੀਂ ਕੜੀ ਵਿੱਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਨਮਸਤੇ। हाँ जी, इस विज्ञान लड़ीवार ਦੀਆਂ ਪਿਛਲੀਆਂ ਕੜੀਆਂ 'ਚ ਅਸੀਂ ਬਣਾਉਟੀ ਬੌਧਿਕਤਾ ਨਾਲ ਭਵਿੱਖ ਵਿੱਚ ਹੋਣ ਵਾਲੇ ਬਦਲਾਵਾਂ ਦੀ ਕੀਤੀ ਸੀ ਨਕਸ਼ਾਕਸ਼ੀ ਤੇ ਸੁਣਾਇਆ ਸੀ ਬਿਰਤਾਂਤ ਕਿ ਕਿਵੇਂ ਗਲਪ ਵਿਗਿਆਨ ਵਿੱਚ ਸੰਕਲਪ ਹੈ ਬਣਾਉਟੀ ਬੌਧਿਕਤਾ ਦਾ ਸਾਡੇ ਨਾਵਲਾਂ, ਕਹਾਣੀਆਂ ਤੇ ਫਿਲਮਾਂ ਦੇ ਵਿੱਚ। ਹਾਂਜੀ, ਪਿਛਲੀ ਕੜੀ 'ਚ ਅਸੀਂ ਸੁਣ ਚੁੱਕੇ ਹਾਂ ਕਿ ਕਿਵੇਂ ਸਾਡੀਆਂ AI ਦੇ ਖੇਤਰ ਦੀਆਂ ਪੁਲਾਂਘਾਂ ਇੱਕ ਪਾਸੇ ਬਣ ਰਹੀਆਂ ਨੇ ਅਚੰਭਾ, ਦੂਜੇ ਪਾਸੇ ਕਰ ਰਹੀਆਂ ਨੇ ਖੜੀਆਂ ਵਿਕਰਾਲ ਸਮੱਸਿਆਵਾਂ ਵੀ। ਸੁਣਿਆ ਸੀ ਬਿਰਤਾਂਤ ਕਿ ਕਿਵੇਂ ਕਈ ਅਜਿਹੇ ਵਿਅਕਤੀ ਨੇ ਜਿਹੜੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੀਆਂ ਪੁਰਾਤਨ ਲਿਖਤਾਂ ਵਿੱਚ ਵੀ ਬਣਾਉਟੀ ਬੌਧਿਕਤਾ ਵਾਲੀਆਂ ਮਸ਼ੀਨਾਂ ਦਾ ਸੰਕਲਪ ਮੌਜੂਦ ਹੈ। ਸੁਣੀ ਸੀ ਹੈਰਾਨੀਜਨਕ ਵਾਰਤਾ ਕਿ ਕਿਵੇਂ ਇਹ ਲੋਕ ਕਰਦੇ ਨੇ ਯਤਨ ਵਿਸ਼ਵਾਸ ਤੇ ਵਿਗਿਆਨ ਨੂੰ ਰਲਗੱਡ ਕਰਨ ਦਾ ਤੇ ਦਾਅਵੇ ਕਰਦੇ ਨੇ ਕਿ ਸਾਡੇ ਪੂਰਵਜਾਂ ਕੋਲ ਤਾਂ ਅੱਜ ਦੀਆਂ ਸਮਾਰਟ ਮਸ਼ੀਨਾਂ ਤੋਂ ਵੀ ਵੱਧ ਤਾਕਤਵਰ ਮਸ਼ੀਨਾਂ ਉਪਲਬਧ ਸਨ। ਹੋ ਗਿਆ ਸੀ ਸਪਸ਼ਟ ਸਾਰੀ ਕਹਾਣੀ ਤੋਂ ਕਿ ਕਿਵੇਂ AI ਦੇ ਵਿਗਿਆਨ ਗਲਪ ਨੇ ਚਿੱਤਰਨ ਕੀਤਾ ਹੈ ਅਜਿਹੀਆਂ ਅਚੰਭਾਜਨਕ ਤੇ ਹੈਰਤ ਅੰਗੇਜ਼ ਘਟਨਾਵਾਂ ਦਾ ਕਿ AI ਦੇ ਖੇਤਰ ਨੂੰ ਖੰਭ ਹੀ ਲਾ ਦਿੱਤੇ ਨੇ। ਹੋਇਆ ਸੀ ਜ਼ਿਕਰ ਕਿ ਕਿਵੇਂ AI ਵਿਗਿਆਨ ਗਲਪ ਦੀ ਕਹੀ ਜਾਣ ਵਾਲੀ ਪਹਿਲੀ ਅਲਪਕਾਲੀਨ ਕੇਵਲ 10 ਮਿੰਟ ਦੀ ਫਿਲਮ ਸੀ ਮਕੈਨੀਕਲ ਬੁੱਚਰ। ਇਸ ਮਸ਼ੀਨ ਨੇ ਤਾਂ ਅਜਿਹਾ ਕਰ ਦਿੱਤਾ ਸੀ ਕਾਰਾ ਕਿ ਇੱਕ ਪਾਸੇ ਪਾਇਆ ਜਾਂਦਾ ਸੀ ਸੂਰ ਤੇ ਦੂਜੇ ਪਾਸੇ ਨਿਕਲ ਆਉਂਦੇ ਸਨ ਤਰ੍ਹਾਂ ਦੇ ਸੂਰ ਦੇ ਮਾਸ ਦੇ ਲਜ਼ੀਜ਼ ਪਕਵਾਨ। ਸੁਣ ਲਿਆ ਸੀ ਤੁਸੀਂ ਇਹ ਕਿੱਸਾ ਵੀ ਕਿ ਕਿਵੇਂ ਫਰਾਂਸ ਦੇ ਲੁਮੇਰੀ ਭਰਾਵਾਂ ਨੇ ਨਿਰਦੇਸ਼ਨ ਦੇ ਕੇ ਅੱਜ ਤੋਂ 100 ਸਾਲ ਪਹਿਲਾਂ ਬਣਾਈ ਸੀ ਇਹ ਫਿਲਮ, ਯਾਨੀ ਕਿ 1895 ਦੇ ਵਿੱਚ। ਇਸ ਤੋਂ ਅਗਲਾ ਕਦਮ ਸੀ 1897 ਵਿੱਚ ਬਣਾਈ ਗਈ AI ਸੰਕਲਪ ਦੀ ਬੇਆਵਾਜ਼ ਫਿਲਮ ਪ੍ਰਸਿੱਧ ਫਰਾਂਸੀਸੀ ਨਿਰਦੇਸ਼ਕ ਜਾਰਜ ਮੇਲਿਸ ਦੀ। ਨਾਮ ਸੀ ਜਿਸ ਦਾ ਗੁਗੂਸੇ ਐਂਡ ਆਟੋਮੇਟਨ ਹੈ। ਇਹ ਵੀ ਸੀ ਮਸ਼ੀਨ ਲਰਨਿੰਗ ਉੱਪਰ ਹੀ ਆਧਾਰਿਤ। ਇਸ ਸਾਰੇ ਅਚੰਭੇ ਤੋਂ ਪਰਦਾ ਉੱਠਿਆ ਸੀ ਇਸ ਹਕੀਕਤ ਤੋਂ ਵੀ ਕਿ 20ਵੀਂ ਸਦੀ ਦੀ ਸ਼ੁਰੂਆਤ ਤੱਕ ਰੋਬੋਟ ਨਾਮ ਦਾ ਸ਼ਬਦ ਤਾਂ ਹੈ ਹੀ ਨਹੀਂ ਸੀ ਸਾਡੇ ਸ਼ਬਦਕੋਸ਼ਾਂ ਦੇ ਵਿੱਚ। ਉਸ ਵਕਤ ਤਾਂ ਇਹਨਾਂ ਖਿਆਲੀ ਮਸ਼ੀਨਾਂ ਨੂੰ ਕਿਹਾ ਜਾਂਦਾ ਸੀ ਆਟੋਮੇਟਨ। ਸੁਣਾ ਦਿੱਤਾ ਸੀ ਇਹ ਵੀ ਸੱਚ ਵੀ ਕਿ ਸ਼ਬਦ ਰੋਬੋਟ ਦੀ ਵਰਤੋਂ ਤਾਂ ਪਹਿਲੇ ਪ੍ਰਥਮੇ ਕੀਤੀ ਸੀ ਕਾਰੇਲ ਸਾਪੇਕ ਨੇ ਆਪਣੇ RUR ਭਾਵ ਰੋਸਮ ਦੇ ਸਰਬ ਵਿਆਪਕ ਰੋਬੋਟ ਵਿਗਿਆਨ ਗਲਪ ਨਾਟਕ ਵਿੱਚ। ਇਹ ਵੀ ਸੁਣਾਇਆ ਸੀ ਕਿੱਸਾ ਹਜ਼ੂਰ ਕਿ ਜਾਰਜ ਮੇਲਿਸ ਦੀ ਨਿਰਦੇਸ਼ਨਾ ਤਹਿਤ ਬਣੀਆਂ ਸੀਗੀਆਂ ਇਹ ਮੁੱਢਲੀਆਂ ਵਿਗਿਆਨ ਗਲਪ ਫਿਲਮਾਂ ਤੇ ਇਹਨਾਂ ਫਿਲਮਾਂ ਦਾ ਆਧਾਰ ਸੀ ਉਸ ਸਮੇਂ ਦੇ ਮਸ਼ਹੂਰ ਫਰਾਂਸੀਸੀ ਵਿਗਿਆਨ ਗਲਪ ਲੇਖਕ ਜੂਲਸ ਵਰਨੇ ਦੀਆਂ ਵਿਗਿਆਨ ਗਲਪ ਕਥਾਵਾਂ। ਸਾਡੇ ਸਾਹਮਣੇ ਪ੍ਰਗਟ ਹੋ ਗਿਆ ਸੀ ਇਹ ਸੱਚ ਵੀ ਕਿ ਜਿਨ੍ਹਾਂ ਫਿਲਮਾਂ ਵਿੱਚ ਬਣਾਉਟੀ ਬੌਧਿਕਤਾ ਦੇ ਸੰਕਲਪ ਦਾ ਲਿਆ ਗਿਆ ਸੀ ਸਹਾਰਾ, ਉਹ ਸਨ 1902 ਵਿੱਚ ਬਣੀ ਏ ਟ੍ਰਿਪ ਟੂ ਮੂਨ ਯਾਨੀ ਚੰਦ ਦੀ ਫੇਰੀ, 1904 ਵਿੱਚ ਬਣੀ ਇੰਪੋਸੀਬਲ ਵੋਏਜ ਯਾਨੀ ਅਸੰਭਵ ਯਾਤਰਾ ਤੇ 1912 ਵਿੱਚ ਬਣੀ ਦ ਕੰਕੁਐਸਟ ਆਫ ਦ ਪੋਲ ਯਾਨੀ ਧਰੁਵ ਉੱਪਰ ਜਿੱਤ। ਸੁਣਿਆ ਸੀ ਦੋਸਤੋ ਤੁਸੀਂ ਇਹ ਸੱਚ ਵੀ ਕਿ ਵਿਗਿਆਨ ਗਲਪ ਫਿਲਮਾਂ ਦੇ ਆਰੰਭ ਤੋਂ ਹੀ AI ਦੀ ਧਾਰਨਾ ਨੂੰ ਟਟੋਲਿਆ ਗਿਆ ਸੀ ਤੇ ਇਹਨਾਂ ਪ੍ਰਯੋਗਾਤਮਕ ਫਿਲਮਾਂ ਨੂੰ ਵੇਖ ਕੇ ਲੋਕ ਹੋ ਜਾਂਦੇ ਸਨ ਮੰਤਰਮੁਗਧ। ਇਸ ਖੇਤਰ ਦੀ 1927 ਚ ਬਣੀ ਬੇਆਵਾਜ਼ ਬਲੈਕ ਐਂਡ ਵਾਈਟ ਫਿਲਮ ਮੈਟਰੋਪੋਲਿਸ ਦਰਅਸਲ ਪਹਿਲੀ ਸਹੀ ਅਰਥਾਂ ਵਿੱਚ ਕਹੀ ਜਾਣ ਵਾਲੀ ਵਿਗਿਆਨ ਗਲਪ ਫਿਲਮ ਹੈ। ਕਰ ਦਿੱਤਾ ਸੀ ਬਿਆਨ ਇਹ ਵੀ ਕਿ ਇਹ ਮੈਟਰੋਪੋਲਿਸ ਨਾਮੀ ਫਿਲਮ ਨੇ
ਮਨੁੱਖੀ ਜੀਵਨ ਤੇ ਸਮਾਜ ਉੱਪਰ AI ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਕੀਤਾ ਸੀ ਚਿੱਤਰਣ ਤੇ ਉਤਾਰਿਆ ਸੀ ਉਹਨਾਂ ਪ੍ਰਭਾਵਾਂ ਨੂੰ ਪਰਦੇ ਦੇ ਉੱਪਰ। ਹਾਂਜੀ, ਹੋਈ ਸੀ ਗੱਲ ਕਿ ਇਹ ਮੈਟਰੋਪੋਲਿਸ ਨਾਮੀ ਫਿਲਮ ਸੀ ਬਣਾਉਟੀ ਬੌਧਿਕਤਾ ਵਾਲੀਆਂ ਵਿਗਿਆਨ ਗਲਪ ਫਿਲਮਾਂ ਦਾ ਮੁੱਢ ਤੇ ਇਸ ਦਾ ਪ੍ਰਭਾਵ ਸੀ ਦੂਰਗਾਮੀ। ਅੱਗੋਂ ਬਣਨ ਵਾਲੀਆਂ ਵਿਗਿਆਨ ਗਲਪ ਫਿਲਮਾਂ ਵਿੱਚ ਕਈ ਦਹਾਕਿਆਂ ਤੱਕ ਇਸ ਦੀ ਪੈੜ ਚਾਲ ਨੂੰ ਕੀਤਾ ਗਿਆ ਮਹਿਸੂਸ। ਪਰ ਵੱਧ ਗਈ ਸੀ ਉਤਸੁਕਤਾ ਜਦ ਪਤਾ ਚੱਲਿਆ ਸੀ ਕਿ ਸਾਲ 2000 ਤੋਂ ਬਾਅਦ ਹੀ ਪਿਛਲੇ 2 ਦਹਾਕਿਆਂ ਵਿੱਚ ਹੀ ਪਕੜੀ ਹੈ ਤੇਜ਼ੀ ਇਹਨਾਂ ਵਿਗਿਆਨ ਗਲਪ ਫਿਲਮਾਂ ਨੇ। ਭਾਰਤ ਵਿੱਚ ਤਾਂ ਬਣ ਗਈਆਂ ਨੇ ਹਿੰਦੀ ਵਿੱਚ 33 ਤੇ ਤਮਿਲ ਵਿੱਚ ਵੀ ਕਰੀਬ 23 ਵਿਗਿਆਨ ਗਲਪ ਫਿਲਮਾਂ। ਬਾਕੀ ਭਾਰਤੀ ਭਾਸ਼ਾਵਾਂ ਮਲਿਆਲਮ, ਕੰਨੜ, ਗੁਜਰਾਤੀ, ਬੰਗਾਲੀ, ਮਰਾਠੀ ਤੇ ਉੜੀਆ ਵਿੱਚ ਵੀ ਹੋਏ ਨੇ ਯਤਨ। ਸੁਣੀ ਸੀ ਕਹਾਣੀ ਕਿ ਕਾਡੂ ਯਾਨੀ ਜੰਗਲ 1952 ਚ ਤਾਮਿਲ ਤੇ ਅੰਗਰੇਜ਼ੀ ਭਾਸ਼ਾ ਚ ਬਣੀ 1 ਘੰਟਾ 13 ਮਿੰਟ ਦੀ ਫਿਲਮ ਹੈ। ਇਸ ਨੂੰ TR ਸੁੰਦਰਮ ਤੇ ਅਮਰੀਕੀ ਨਿਰਦੇਸ਼ਕ ਵਿਲੀਅਮ ਵਰਕ ਨੇ ਨਿਰਦੇਸ਼ਿਤ ਕੀਤਾ ਸੀ ਤੇ ਉਸ ਉੱਪਰ $1,25,000 ਦੀ ਲਾਗਤ ਆਈ ਸੀ। ਇੱਥੇ ਇੱਕ ਵਿਸ਼ਾਲ ਕਾਇ ਹਾਥੀ ਵੂਲੀ ਮੈਮੋਥ ਵਾਰ-ਵਾਰ ਹਮਲੇ ਕਰਕੇ ਸਾਰੇ ਜਾਨਵਰਾਂ ਨੂੰ ਬਸਤੀਆਂ ਵੱਲ ਭਜਾ ਦਿੰਦਾ ਹੈ, ਜਿਹੜੇ ਉਹਨਾਂ ਬਸਤੀਆਂ ਨੂੰ ਤਹਿਸ-ਨਹਿਸ ਕਰ ਦਿੰਦੇ ਨੇ। ਹੋਇਆ ਸੀ ਇਹ ਵੀ ਖੁਲਾਸਾ ਕਿ ਸਹੀ ਮਾਇਨਿਆਂ ਵਿੱਚ ਚਾਂਦ ਪਰ ਚੜਾਈ ਹੀ ਹਿੰਦੀ ਭਾਸ਼ਾ ਵਿੱਚ ਪਹਿਲੀ ਵਿਗਿਆਨ ਗਲਪ ਫਿਲਮ ਕਹਾਉਣ ਦੇ ਯੋਗ ਹੈ। ਹਿੰਦੀ ਫਿਲਮਾਂ ਵਿੱਚ ਬਣਾਉਟੀ ਬੌਧਿਕਤਾ ਦਾ ਪ੍ਰਯੋਗ ਪਹਿਲੀ ਵਾਰ ਕਰਨ ਦਾ ਸਿਹਰਾ ਵੀ ਇਸ ਦੇ ਸਿਰ ਹੀ ਵੱਜਦਾ ਹੈ। ਸੁਣਾਈ ਸੀ ਇਹ ਕਹਾਣੀ ਵੀ ਕਿ ਬਣਾਉਟੀ ਬੌਧਿਕਤਾ ਦੀ ਧਾਰਨਾ ਵਾਲੀ ਹਿੰਦੀ ਦੀ ਇੱਕ ਚੰਗੀ ਫਿਲਮ ਸੀ ਵਹਾਂ ਕੇ ਲੋਗ, ਜੋ ਬਣੀ ਸੀ 1967 ਦੇ ਵਿੱਚ। ਫਿਰ ਸਨ 2000 ਤੋਂ ਅਲੱਗ, ਜਾਣੇ ਕਿਆ ਹੋਗਾ ਤੇ ਕ੍ਰਿਸ਼ ਬਣੀਆਂ। ਲਵ ਸਟੋਰੀ 2050, द्रोणा, आ देखें जरा, रावण, जोकर, चांद, मिशन मंगल, ਕਾਰਗੋ ਅਤੇ ਪਾਣੀ, ਇਹ ਐਸੀਆਂ ਹਿੰਦੀ ਫਿਲਮਾਂ ਨੇ ਜਿਨ੍ਹਾਂ 'ਚ ਬਣਾਉਟੀ ਬੌਧਿਕਤਾ ਦੀ ਧਾਰਨਾ ਦਾ ਪ੍ਰਯੋਗ ਕੀਤਾ ਗਿਆ। ਕਹਾਣੀ ਵਿੱਚ ਇਹ ਵੀ ਤਾਂ ਦਰਸਾਇਆ ਸੀ ਕਿ ਤਮਿਲ ਭਾਸ਼ਾ ਵਿੱਚ ਬਣੀ ਵਿਨਵੇਲੀ ਪਾਇਨਾ ਕੁਰੀਪੁਗਲ ਯਾਨੀ ਪੁਲਾੜ ਯਾਤਰਾ ਦੀਆਂ ਟੂਕਾਂ ਇੱਕ ਬਹੁਤ ਹੀ ਪ੍ਰਸਿੱਧ ਤੇ ਪਾਏਦਾਰ ਵਿਗਿਆਨ ਗਲਪ ਫਿਲਮ ਸੀ। ਦੋਸਤੋ, ਖੁੱਲ ਗਿਆ ਸੀ ਇਹ ਭੇਦ ਵੀ ਕਿ 28 ਅੰਤਰਰਾਸ਼ਟਰੀ ਫਿਲਮ ਸਮਾਗਮਾਂ ਵਿੱਚ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਕਲਟ ਕ੍ਰਿਟਿਕ ਅਵਾਰਡ ਸਮੇਤ 12 ਅੰਤਰਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਇਹ ਫਿਲਮ ਅਸਲ 'ਚ ਬਾਕਸ ਆਫਿਸ ਤੇ ਪਿੱਟ ਗਈ ਸੀ। ਸੁਣ ਲਿਆ ਸੀ ਤੁਸੀਂ ਇਹ ਸੱਚ ਵੀ ਕਿ ਟਰਮੀਨੇਟਰ, ਬਲੇਡ ਰਨਰ, ਮੈਟ੍ਰਿਕਸ, AI ਆਰਟੀਫੀਸ਼ੀਅਲ ਇੰਟੈਲੀਜੈਂਸ 2008 ਜਾਂ ਸਪੇਸ ਓਡੀਸੀ ਵਰਗੀਆਂ ਬਣਾਉਟੀ ਬੌਧਿਕਤਾ ਦੀ ਧਾਰਨਾ ਵਾਲੀਆਂ ਵਿਦੇਸ਼ੀ ਫਿਲਮਾਂ ਦੇ ਅੱਗੇ ਸਾਡੀਆਂ ਵਿਗਿਆਨ ਗਲਪ ਫਿਲਮਾਂ ਤਾਂ ਕਿਤੇ ਟਿਕਦੀਆਂ ਹੀ ਨਹੀਂ। ਸਾਨੂੰ ਗਹਿਣ ਅਧਿਐਨ, ਡੂੰਗੀ ਸੋਚ, ਬਾਰੀਕੀ ਨਾਲ ਸਮਝ ਤੇ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ। ਇਸ ਵਿੱਚ ਤਾਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਕਿਵੇਂ ਬਲੇਡ ਰਨਰ ਨੂੰ AI ਦੀ ਇੱਕ ਕਲਾਸਿਕ ਫਿਲਮ ਮੰਨਿਆ ਗਿਆ ਹੈ। ਫਿਲਮ ਵਿੱਚ ਰੈਪਲੀਕੇਟਸ ਕਹੇ ਗਏ ਬਾਇਓ ਇੰਜੀਨੀਅਰਡ ਮਨੁੱਖ ਜਿਨ੍ਹਾਂ ਦੀ ਕਲਪਨਾ ਕੀਤੀ ਗਈ ਹੈ, ਉਹਨਾਂ ਨੂੰ ਨਕਾਰੇ ਹੋਣ ਤੇ ਮਾਰ ਦਿੱਤਾ ਜਾਂਦਾ ਸੀ। ਸੁਣ ਲਿਆ ਸੀ ਬ੍ਰਿਤਾਂਤ ਅਸੀਂ ਇਹ ਵੀ ਕਿ ਕਿਵੇਂ ਟਰਮੀਨੇਟਰ ਫਿਲਮਾਂ ਦੀ ਲੜੀ ਵਿੱਚ AI ਤੇ ਰੈਜ਼ਿਸਟੈਂਟ ਬਲ ਮਿਲ ਕੇ ਮਨੁੱਖਤਾ ਨੂੰ ਤਬਾਹ ਕਰਨਾ ਚਾਹੁੰਦੇ ਨੇ, ਪਰ ਮਨੁੱਖ ਉਹਨਾਂ ਦੇ ਯਤਨਾਂ ਨੂੰ ਅਸਫਲ ਕਰ ਦਿੰਦਾ ਹੈ। ਦੋਸਤੋ, ਹੋਇਆ ਸੀ ਵਾਰਤਾਲਾਪ ਕਿ ਕਈ ਲੋਕ ਇਹ ਵੀ ਦਾਅਵਾ ਕਰਦੇ ਨੇ ਕਿ ਧਾਰਮਿਕ ਪੁਸਤਕਾਂ ਕਥਾਵਾਂ ਦੇ ਪਾਤਰਾਂ ਵਿੱਚ ਵੀ ਪੈਂਦੀ ਹੈ ਝਲਕ ਕਿਤੇ ਨਾ ਕਿਤੇ ਬਣਾਉਟੀ ਬੁੱਧੀ ਦੇ ਗਲਪ ਦੀ। ਹੋਈ ਸੀ ਚਰਚਾ ਕਿ ਵਿਗਿਆਨ ਅੱਗੇ ਨੂੰ ਵਧਣ ਵਾਲਾ ਵਿਸ਼ਾ ਹੈ ਤੇ ਇਹ ਕਦੀ ਵੀ ਪੂਰੀ ਤਰ੍ਹਾਂ ਨਸ਼ਟ ਨਹੀਂ ਹੋਇਆ। ਇਸ ਲਈ ਧਾਰਮਿਕ ਵਿਸ਼ਵਾਸਾਂ ਨੂੰ ਵਿਗਿਆਨ ਕਹਿਣ ਦੀ ਕੋਸ਼ਿਸ਼ ਵਿਗਿਆਨ ਤੇ ਵਿਸ਼ਵਾਸ ਦੋਹਾਂ ਨਾਲ ਬੇਇਨਸਾਫੀ ਹੈ। ਸੁਣਾਈ ਸੀ ਕਹਾਣੀ ਕਿ ਕਿਵੇਂ ਕਿਸੇ ਲਿਖਤ ਜਾਂ ਕਲਾਕ੍ਰਿਤੀ ਨੂੰ ਵਿਗਿਆਨ ਗਲਪ ਦਾ ਦਰਜਾ ਦੇਣ ਵਾਸਤੇ ਜ਼ਰੂਰੀ ਹੈ ਕਿ ਉਹ ਵਿਗਿਆਨ ਦੀ ਸਟੀਕ ਵਿਧੀ ਤੇ ਉਹਦੇ ਸਿਧਾਂਤਾਂ ਤੇ ਨਿਯਮਾਂ ਉੱਪਰ ਪੂਰਾ ਉਤਰੇ। ਹਾਂਜੀ, ਵਿਗਿਆਨ ਵਾਸਤੇ ਪਹਿਲੇ ਪ੍ਰਥਮੇ ਜ਼ਰੂਰੀ ਹੈ ਕਿ ਉਹ ਵਰਤਾਰਾ ਇੱਕੋ ਜਿਹੀਆਂ ਹਾਲਤਾਂ ਵਿੱਚ ਹਰ ਥਾਂ ਹਰ ਵਾਰ ਇੱਕੋ ਜਿਹੇ ਨਤੀਜੇ ਦੇਵੇ। ਸਪਸ਼ਟ ਹੋ ਗਿਆ ਸੀ ਕਿ ਧਾਰਮਿਕ ਕਹਾਣੀਆਂ ਦੇਵਤੇ ਤੇ ਦੈਂਤਾਂ ਦੇ ਦੁਆਲੇ ਘੁੰਮਦੀਆਂ ਨੇ। ਉਹ ਕੋਈ ਵਿਗਿਆਨ ਗਲਪ ਨਹੀਂ, ਸਗੋਂ ਵਿਸ਼ਵਾਸ ਦੇ ਆਧਾਰ ਤੇ ਲਿਖੀਆਂ ਗਈਆਂ ਨੇ, ਜਿਸ ਕਰਕੇ ਸਿੱਟਾ ਨਿਕਲਿਆ ਸੀ ਕਿ ਵਿਸ਼ਵਾਸ ਨੂੰ ਵਿਸ਼ਵਾਸ ਹੀ ਰਹਿਣ ਦਿੱਤਾ ਜਾਏ। ਹੋਈ ਸੀ ਗੱਲ ਇਹ ਵੀ ਕਿ ਵਿਗਿਆਨ ਵਿਧੀ ਤੇ ਵਿਗਿਆਨ ਕਿਸੇ ਜਾਤ, ਧਰਮ, ਨਸਲ ਜਾਂ ਖਿੱਤੇ ਦੇ ਅਨੁਸਾਰ ਵਿਤਕਰਾ ਨਹੀਂ ਕਰਦਾ, ਜਦਕਿ ਧਰਮ, ਜਾਤ-ਪਾਤ, ਨਸਲ, ਰੰਗ ਭੇਦ ਆਦਿ ਨਾਲ ਜੁੜਿਆ ਹੈ। ਹੋਈ ਸੀ ਗੱਲ ਕਿ ਇਹੀ ਕਾਰਨ ਹੈ ਕਿ ਵਿਗਿਆਨ ਸਾਰੇ ਸੰਸਾਰ ਵਿੱਚ ਇਕਸਾਰ ਹੈ,
ਪਰ ਧਰਮ, ਉਸ ਦਾ ਅਮਲ ਤੇ ਅਸੂਲ ਹਰ ਥਾਂ ਤੇ ਹਰ ਸੰਪਰਦਾਇ ਵਿੱਚ ਵੱਖੋ ਵੱਖਰੇ ਨੇ। ਹਾਂਜੀ, ਗੱਲ ਤਾਂ ਇਹ ਵੀ ਹੋ ਗਈ ਸੀ ਕਿ ਧਾਰਮਿਕ ਕਥਾਵਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਤਰਕ ਤੱਥਾਂ ਤੇ ਵਿਗਿਆਨਕ ਵਿਧੀ ਦੀ ਕਸੌਟੀ ਅਨੁਸਾਰ ਨਹੀਂ ਹਨ। ਸੁਣ ਲਈ ਸੀ ਤੁਸੀਂ ਹਕੀਕਤ ਕਿਵੇਂ ਰੋਬੋਟਾਂ ਵੱਲ ਨੂੰ ਤਕਨੋਲੋਜੀ ਦਾ ਤਬਾਦਲਾ ਕਰ ਰਿਹਾ ਹੈ। ਐਸੇ ਕੰਮ ਜਿਹੜੇ ਕਰ ਦਿੰਦੇ ਨੇ ਸਾਨੂੰ ਹੈਰਾਨ, ਲੱਗਦੇ ਨੇ ਅਚੰਭਾਜਨਕ। ਚਰਚਾ ਹੋਈ ਸੀ ਕਿ ਕਿਵੇਂ ਇਹ ਤਕਨੋਲੋਜੀ ਤਬਾਦਲਾ ਯਾਨੀ ਮਨੁੱਖੀ ਸੰਵੇਦਨਾਵਾਂ ਨਾਲ ਲੈਸ ਮਨੁੱਖ ਵਰਗੇ ਰੋਬੋਟ ਬਣਾਉਣ ਦਾ ਕੰਮ ਉਲਟੀ ਕਰ ਰਿਹਾ ਸਾਡੀ ਸਾਰੀ ਵਿਵਸਥਾ ਨੂੰ, ਜਿੱਥੇ ਰੋਬੋਟ ਬਣ ਰਹੇ ਨੇ ਮਨੁੱਖਾਂ ਵਰਗੇ ਤੇ ਇਨਸਾਨ ਮਸ਼ੀਨ ਬਣਦਾ ਬਣ ਰਿਹਾ ਸੰਵੇਦਨਹੀਨ ਰੋਬੋਟ। ਇਸ ਮਨੁੱਖ ਵਰਗੇ ਰੋਬੋਟ ਦਾ ਕਮਾਲ ਤਾਂ ਤੁਸੀਂ ਸੁਣ ਕੇ ਅਨੁਭਵ ਕਰ ਹੀ ਲਿਆ ਸੀ। ਜਦ ਸਾਡੇ ਸਾਹਮਣੇ ਫਿਰਦਾ ਸਾਸੀ ਸਮਝਿਆ ਜਾ ਰਿਹਾ ਸੀ ਇੱਕ ਅਸਲੀ ਮਨੁੱਖ, ਤੇ ਵਿਗਿਆਨ ਦੇ ਜਾਣਕਾਰ ਵੀ ਨਹੀਂ ਸਨ ਸਮਝ ਸਕੇ ਕਿ ਉਹ ਜਿਸ ਨੂੰ ਸਾਰੇ ਮਨੁੱਖ ਸਮਝ ਰਹੇ ਸੀ, ਦਰਅਸਲ ਉਹ ਸੀ ਇੱਕ ਸੰਪੂਰਨ ਰੋਬੋਟ। ਅਜਿਹੇ ਰੋਬੋਟ ਜਿਹੜੇ ਇਨ ਬਿਨ ਮਨੁੱਖ ਵਰਗੇ ਲੱਗਦੇ ਹੋਣ, ਬਣਾਉਣ ਵਿੱਚ ਸੰਵੇਦਨਾ ਦੇ ਨਾਲ-ਨਾਲ ਚਮੜੀ ਵੀ ਐਨ ਮਨੁੱਖ ਵਰਗੀ ਬਣਾਉਣ ਦੀ ਕੋਸ਼ਿਸ਼ ਨੇ ਹੀ ਇਸ ਖੇਤਰ ਵਿੱਚ ਇੰਨੀ ਜ਼ਿਆਦਾ ਤਰੱਕੀ ਕਰਨੀ ਹੈ। ਇਸ ਕਹਾਣੀ 'ਚ ਬੇਸ਼ੱਕ ਸਾਡੇ ਸਾਹਮਣੇ ਅੰਤ ਵਿੱਚ ਜੋ ਭੇਦ ਖੁੱਲਿਆ ਉਹ ਸੀ ਕਿ ਸਾਸੀ ਇੱਕ ਮਨੁੱਖ ਨਹੀਂ ਸੀ, ਸਗੋਂ ਉਹ ਤਾਂ ਇਨਸਾਨ ਦੀ ਟੈਕਨੋਲੋਜੀ ਵਿੱਚ ਕਲਾ ਦੇ ਸਿਖਰ ਦੀ ਝਲਕ ਸੀ। ਉਹ ਤਾਂ ਇੱਕ ਮਨੁੱਖ ਨੁਮਾ ਰੋਬੋਟ ਸੀ। ਖੁੱਲ ਗਿਆ ਸੀ ਭੇਦ ਭਲੀ ਭਾਂਤ ਇਸ ਕਹਾਣੀ ਵਿੱਚ ਇਹ ਵੀ ਕਿ ਉਹ ਸਾਸੀ ਜਿਸ ਨੂੰ ਸੁਰੱਖਿਆ ਦਸਤਿਆਂ ਨੇ ਪਾ ਲਿਆ ਸੀ ਘੇਰਾ, ਉਹ ਕੇਵਲ ਮਨੁੱਖਨੁਮਾ ਰੋਬੋਟ ਸੀ। ਉਹ ਮਨੁੱਖ ਦੀ ਸਹਾਇਤਾ ਲਈ ਬਣਿਆ ਸੀ, ਨਾ ਕਿ ਮਨੁੱਖਤਾ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਉਸਦਾ ਕੋਈ ਇਰਾਦਾ ਸੀ। ਇਹ ਭੇਦ ਹੋਏ ਸਾਨੂੰ ਉਜਾਗਰ ਦੋਸਤੋ ਉਸ ਵਕਤ ਜਦ ਇਸ ਕਹਾਣੀ ਦਾ ਸਾਸੀ ਨਾਮੀ ਮਨੁੱਖਨੁਮਾ ਰੋਬੋਟ ਮੰਚ ਉੱਪਰ ਆਪਣੀ ਛਾਤੀ ਨੰਗੀ ਕਰਕੇ ਵਿਖਾ ਦਿੰਦਾ ਹੈ ਆਪਣੇ ਸਾਰੇ ਕਨੈਕਸ਼ਨ, ਤੇ ਕਰ ਦਿੱਤਾ ਸੀ ਸਪਸ਼ਟ ਕਿ ਉਹ ਮਨੁੱਖ ਨਹੀਂ ਸਗੋਂ ਇੱਕ AI ਆਧਾਰਿਤ ਰੋਬੋਟ ਹੈ। ਇਸ ਸਥਿਤੀ ਬਾਬਤ ਵੀ ਹੋਈ ਸੀ ਚਰਚਾ ਕਿ ਹਾਲ ਵਿੱਚ ਹਾਜ਼ਰੀਨ ਸਾਰੇ ਹੀ ਸਮਝਦੇ ਸਨ ਕਿ ਸਰਵਜਨਕ AI ਆਧਾਰਿਤ ਮਸ਼ੀਨਾਂ ਮਨੁੱਖ ਤੋਂ ਬਾਗੀ ਹੋ ਕੇ ਮਚਾ ਸਕਦੀਆਂ ਨੇ ਤਬਾਹੀ, ਜਿਸ ਕਰਕੇ ਪਾਲਿਆ ਸੀ ਸਾਸੀ ਨੂੰ ਘੇਰਾ ਸੁਰੱਖਿਆ ਬਲਾਂ ਨੇ ਤੇ ਕਰ ਦਿੱਤਾ ਸੀ ਹੁਕਮ ਹੱਥ ਉੱਪਰ ਉਠਾ ਕੇ ਰੱਖਣ ਦਾ। ਕੋਈ ਨਾ ਕੋਈ ਸਦਾ ਹੈ ਆਸ-ਪਾਸ। ਇਹ ਕਹਾਣੀ ਸੀ ਉਹਨਾਂ ਮਸ਼ੀਨਾਂ ਦੀ ਜਿਹੜੀਆਂ ਸਹਾਈ ਹੁੰਦੀਆਂ ਨੇ ਸਾਨੂੰ ਉਹਨਾਂ ਜਸੂਸਾਂ ਨੂੰ ਨੰਗੇ ਕਰਨ 'ਚ, ਜਿਹੜੇ ਘੁਸਪੈਠ ਕਰ ਜਾਂਦੇ ਨੇ ਜਾਂ ਫਿਰ ਅੰਦਰ ਘੁਸੇੜ ਦਿੱਤੇ ਜਾਂਦੇ ਨੇ ਸਾਡੇ ਸੁਰੱਖਿਆ ਦਾਇਰੇ ਦੇ। ਬਣਾਉਟੀ ਬੁੱਧੀ ਦੇ ਰਾਹੀਂ ਬਣੀਆਂ ਇਹ ਮਸ਼ੀਨਾਂ ਦੀ ਸਮਰੱਥਾ ਹੁੰਦੀ ਹੈ ਪਰਛਾਈ ਦੀ ਪਹਿਚਾਨ ਕਰਨ ਦੀ। ਆਸੇ ਬਰਤਾਂਤ ਕਿ ਸਾਡੀਆਂ ਸਮਾਰਟ ਮਸ਼ੀਨਾਂ ਲੈਸ ਨੇ ਉਸ ਟੈਕਨੋਲੋਜੀ ਦੇ ਨਾਲ ਜਿਹੜੀ ਕਰ ਸਕਦੀ ਹੈ ਪਹਿਚਾਨ ਆਵਾਜ਼ ਦੀ ਵੀ। ਸੁਣਾਈ ਸੀ ਕਹਾਣੀ ਕਿ ਕਿਵੇਂ ਕਰਦਾ ਹੈ ਮਦਦ ਸਮਾਰਟ AI ਆਧਾਰਿਤ ਸੌਫਟਵੇਅਰ ਅਜਿਹੇ ਬੰਦਿਆਂ ਦੀ ਪਹਿਚਾਨ ਕਰਨ ਦੇ ਵਿੱਚ ਵੀ, ਬਾਵਜੂਦ ਪਲਾਸਟਿਕ ਸਰਜਰੀ ਨਾਲ ਚਿਹਰਾ ਬਦਲਵਾ ਲੈਣ ਦੇ ਅਤੇ ਬਾਵਜੂਦ ਸਰਜਰੀ ਰਾਹੀਂ ਆਵਾਜ਼ ਬਦਲਵਾ ਲੈਣ ਦੇ। ਸੁਣਿਆ ਸੀ ਬਰਤਾਂਤ ਕਿ ਕਿਵੇਂ ਇਹ AI ਤਕਨੋਲੋਜੀ ਪਛਾਣ ਕਰਦੀ ਹੈ ਬੰਦੇ ਦੀ ਉਸਦੇ ਨੱਕ ਤੇ ਮੱਥੇ ਦਰਮਿਆਨ ਦੇ ਫਾਸਲੇ ਨੂੰ ਮਿਣ ਕੇ, ਕਿਉਂਕਿ ਇਹ ਫਾਸਲਾ ਵੱਧ ਘੱਟ ਨਹੀਂ ਸਕਦਾ। ਪੁਰਾਣੀ ਫੋਟੋ ਦਾ ਵਿਸ਼ਲੇਸ਼ਣ ਕਰਕੇ AI ਇਹ ਪਛਾਣ ਕਰ ਲੈਂਦੀ ਹੈ। ਹੋਈ ਸੀ ਗੱਲ ਕਿ ਇਹਨਾਂ ਹੀ AI ਮਸ਼ੀਨਾਂ ਦੀ ਬਦੌਲਤ ਜਾਸੂਸਾਂ ਨੂੰ ਪਕੜਨ ਵਿੱਚ ਹੁੰਦੇ ਆ ਅਸੀਂ ਸਫਲ ਸਟੀਕਤਾ ਦੇ ਨਾਲ। ਸੁਣਿਆ ਸੀ ਇਹ ਤੱਥ ਵੀ ਕਿ ਕਈ ਤਰ੍ਹਾਂ ਦੇ ਕੰਮ ਕਰਨ ਵਾਲੇ AI ਰੋਬੋਟ ਸਿਹਤ ਸੇਵਾਵਾਂ ਵਿੱਚ ਬਹੁਤ ਹੀ ਜ਼ਿਆਦਾ ਸਹਾਈ ਹੁੰਦੇ ਨੇ। ਸੁਣਿਆ ਸੀ ਬ੍ਰਿਤਾਂਤ ਕਿ ਕਿਵੇਂ ਕੋਵਿਡ ਵਿਸ਼ਵ ਮਹਾਮਾਰੀ ਦੌਰਾਨ ਵੀ ਇਹ AI ਮਸ਼ੀਨਾਂ ਯਾਨੀ ਸਮਾਰਟ ਰੋਬੋਟ ਵਰਤੇ ਜਾ ਸਕਦੇ ਸਨ ਮਰੀਜ਼ਾਂ ਨੂੰ ਟਰਾਂਸਪੋਰਟ ਕਰਨ ਦੇ ਲਈ, ਵਾਰਡਾਂ ਵਿੱਚ ਦਾਖਲ ਮਰੀਜ਼ਾਂ ਦੀ ਉਹਨਾਂ ਦੇ ਬਾਹਰ ਬੈਠੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਾਉਣ ਦੇ ਲਈ ਤੇ ਸੂਚਨਾ ਦੇ ਆਦਾਨ ਪ੍ਰਦਾਨ ਲਈ ਵੀ ਵਰਤੋਂ ਹੋ ਸਕਦੀ ਹੈ ਇਹਨਾਂ ਰੋਬੋਟਸ ਦੀ। ਵਿਗਿਆਨੀਆਂ ਨੇ ਮੋਸ਼ਨ ਦੇ ਨਾਲ ਹੀ ਇਹਨਾਂ ਰੋਬੋਟਾਂ ਵਿੱਚ ਜਗਾ ਦਿੱਤੇ ਨੇ ਇਮੋਸ਼ਨ ਵੀ, ਜਿਸ ਕਰਕੇ ਉਹ ਦੁਖੀ ਮਰੀਜ਼ਾਂ ਤੇ ਉਹਨਾਂ ਦੇ ਸੰਬੰਧੀਆਂ ਦਰਮਿਆਨ ਬਣ ਸਕਦੇ ਸੀ ਪੁੱਲ ਤੇ ਕਰ ਸਕਦੇ ਸੀ ਨਿਰਸਤ ਉਹਨਾਂ ਅਫਵਾਹਾਂ ਨੂੰ ਜਿਹੜੇ ਵੱਖ-ਵੱਖ ਹਿੱਤਾਂ ਨੂੰ ਪ੍ਰਣਾਏ ਹੋਏ ਕੁਝ ਮੁੱਠੀ ਭਰ ਰਹੇ ਨੇ ਫੈਲਾਉਂਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਬਣੇ ਨੇ ਅਣਗਿਣਤ ਮੌਤਾਂ ਦਾ ਕਾਰਨ। ਅਸੀਂ ਸੁਣ ਲਈ ਸੀ ਇਹ ਵਾਰਤਾ ਵੀ ਕਿ AI ਆਧਾਰਿਤ ਰਿਬੋਟ ਕਰ ਸਕਦੇ ਸੀ ਦਵਾਈਆਂ ਵਗੈਰਾ ਦਾ ਵਿਤਰਨ ਵੀ ਕੋਵਿਡ ਵਾਰਡਾਂ ਦੇ ਵਿੱਚ। ਹੋਈ ਸੀ ਗੱਲ ਕਿ ਇਹਨਾਂ ਮਸ਼ੀਨਾਂ ਦੀ ਮੁਹਾਰਤ ਹੀ ਇਹ ਹੈ ਕਿ ਮੌਕੇ ਤੇ ਜੋ ਬਾਹਰਲੀ ਸਥਿਤੀ ਦੇ ਸੰਵੇਦਕ ਦਿੰਦੇ ਨੇ ਇਸ ਨੂੰ ਸੂਚਨਾ, ਉਸ ਦੇ ਆਧਾਰ ਤੇ ਹੀ ਇਹ ਕਰ ਲੈਂਦੇ ਨੇ ਫੈਸਲੇ ਤੇ ਕਰਦੇ ਨੇ ਲੋੜੀਂਦੀ ਪ੍ਰਤੀਕਿਰਿਆ। ਇਹਨਾਂ ਮਸ਼ੀਨਾਂ ਰਾਹੀਂ ਸੀ ਕਰ ਸਕਦੇ ਸੀ ਕੰਮ ਕੋਵਿਡ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੁਰੱਖਿਅਤ ਕਿਟਾਂ ਵਿੱਚ ਲਪੇਟ ਕੇ ਸ਼ਿਫਟ ਕਰਨ ਦਾ।
ਹੋਈ ਸੀ ਗੱਲ ਤੇ ਸੁਣਿਆ ਸੀ ਕਿੱਸਾ ਤੁਸੀਂ ਕਿ ਕਿਵੇਂ ਇੱਕ ਚੈਟ ਬੋਟ ਕਰ ਸਕਦੀ ਸੀ ਕਈ ਉਹ ਕੰਮ ਜਿਹੜੇ ਹਸਪਤਾਲੀ ਅਮਲੇ ਨੂੰ ਪਾਉਂਦੇ ਸਨ ਜੋਖਮ ਦੇ ਵਿੱਚ। ਸੁਣ ਲਿਆ ਸੀ ਦੋਸਤੋ ਤੁਸੀਂ ਇਹ ਬਿਰਤਾਂਤ ਵੀ ਕਿ ਕਿਵੇਂ ਅਸੀਂ ਕੋਵਿਡ ਦੌਰਾਨ ਤਾਪਮਾਨ ਤੇ ਆਕਸੀਜਨ ਵਗੈਰਾ ਦਾ ਪੱਧਰ ਵੀ ਗਿਣ ਸਕਦੇ ਸੀ, ਮਿਣ ਸਕਦੇ ਸੀ ਕੋਵਿਡ ਮਰੀਜ਼ਾਂ ਵਿੱਚ ਇਹਨਾਂ ਸਮਾਰਟ ਮਸ਼ੀਨਾਂ ਦੇ ਜ਼ਰੀਏ। ਹੋਈ ਸੀ ਚਰਚਾ ਕਿ ਇਹਨਾਂ ਸਮਾਰਟ ਮਸ਼ੀਨਾਂ ਦੇ ਸਹਾਰੇ ਜਦ ਬਣਾ ਲਏ ਅਸੀਂ ਸਮਾਰਟ ਘਰ ਤਾਂ ਕੀ ਹੋਈਆਂ ਸੌਖਾਂ ਸਾਡੇ ਵਿਅਸਤ ਜੀਵਨ ਦੇ ਵਿੱਚ। ਇਹਨਾਂ ਸਮਾਰਟ ਘਰਾਂ ਵਿੱਚ ਜਿੱਥੇ ਸੁਰੱਖਿਆ ਵਿੱਚ ਤੇ ਚੌਕਸੀ ਵਿੱਚ ਵਾਧਾ ਤੇ ਸਹੂਲਤ ਹੋਈ, ਉੱਥੇ ਹੀ ਹੈਕਰਾਂ ਵੱਲੋਂ ਸੰਨ ਲਾਉਣ ਦੀਆਂ, ਚੋਰੀ ਦੀਆਂ ਤੇ ਡਾਟਾ ਵਗੈਰਾ ਨਿਜਤਾ ਤੇ ਲੀਕ ਹੋਣ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਗਈਆਂ ਸੀ। ਹੋਈ ਸੀ ਚਰਚਾ ਤੇ ਸੁਣੀਆਂ ਸਨ ਤੁਸੀਂ ਕਹਾਣੀਆਂ ਜਦ ਅਸੀਂ ਇਹਨਾਂ ਸਮਾਰਟ ਘਰਾਂ ਵਿੱਚ ਗਲਤ ਡਾਟਾ ਟ੍ਰਾਂਸਫਰ ਜਾਂ ਗਲਤ ਸਿਗਨਲ ਕਾਰਨ ਬਣ ਗਏ ਸੀ ਮਖੌਲ ਦੇ ਪਾਤਰ। ਸੁਣਾਈ ਗਈ ਸੀ ਵਾਰਤਾ ਕਿ ਘਰਾਂ 'ਚ ਵਰਤੇ ਜਾਂਦੇ ਰੋਬੋਟਾਂ ਨੂੰ ਸਮਾਰਟ ਭਾਸ਼ਾ ਵਿੱਚ ਸਹੀ ਹੁਕਮ ਨਾ ਮਿਲਣ ਕਰਕੇ ਹੋ ਜਾਂਦੀਆਂ ਸੀਗੀਆਂ ਕਿੰਨੀਆਂ ਹੀ ਗੜਬੜਾਂ। ਰੋਬੋਟ ਨੂੰ ਜਦ ਹੁਕਮ ਦਿੱਤੇ ਗਏ ਸਧਾਰਨ ਭਾਸ਼ਾ ਦੇ ਵਿੱਚ ਤੇ ਉਸਦੇ ਸਨਮੁਖ ਕਰ ਦਿੱਤੀਆਂ ਭੇਦ ਵਾਲੀਆਂ ਗੱਲਾਂ ਤਾਂ ਉਸਦੇ ਵਰਤਾਰੇ ਨੇ ਨਾਰਾਜ਼ ਕਰ ਦਿੱਤਾ ਸੀ ਗੁਆਂਢਣ ਨੂੰ ਵੀ। ਹੋਈ ਸੀ ਗੱਲਬਾਤ ਕਿ ਕਿਵੇਂ ਇਹਨਾਂ ਰੋਬੋਟਾਂ ਦਾ ਕੰਮ ਹੈ ਆਪਣੇ ਆਪ ਸਿੱਖ ਲੈਣਾ, ਪਰ ਹੈ ਆਖਰ ਤਾਂ ਇਹ ਮਸ਼ੀਨਾਂ ਹੀ। ਇਸ ਕਰਕੇ ਬਿੱਲੀ ਨੂੰ ਸੁਕਾਉਣ ਤੇ ਕੱਪੜੇ ਸੁਕਾਉਣ ਵਿੱਚ ਇਹਨਾਂ ਨੂੰ ਨਹੀਂ ਲੱਗਦਾ ਕੋਈ ਫਰਕ। ਸੁਣਿਆ ਸੀ ਤੁਸੀਂ ਇਹ ਕਿੱਸਾ ਵੀ ਕਿ ਕਿਵੇਂ ਬਣਾਉਟੀ ਬੌਧਿਕਤਾ ਉੱਪਰ ਆਧਾਰਿਤ ਇਸ ਘਰੇਲੂ ਰੋਬੋਟ ਨੂੰ ਜਦ ਕਿਹਾ ਗਿਆ ਕਿ ਗਰਮ-ਗਰਮ ਕੌਫੀ ਪਿਲਾਓ ਤਾਂ ਇਸਨੇ ਗਰਮ-ਗਰਮ ਕੌਫੀ ਦਾ ਪਿਆਲਾ ਲਾ ਦਿੱਤਾ ਸੀ ਮੂੰਹ ਨੂੰ ਤੇ ਕੌਫੀ ਡੁੱਲ ਜਾਣ ਕਾਰਨ ਝੁਲਸ ਗਿਆ ਸੀ ਸਰੀਰ। ਇਹ ਵੀ ਹੋ ਗਈ ਸੀ ਗੱਲ ਕਿ ਸਮਾਰਟ ਰੋਬੋਟ ਤੋਂ ਸਹੀ ਕੰਮ ਲੈਣ ਵਾਸਤੇ ਕਦਮ ਦਰ ਕਦਮ ਸਹੀ ਤੇ ਸਮਾਰਟ ਕਮਾਂਡ ਦੀ ਲੋੜ ਹੈ। ਜਿਵੇਂ ਗਰਮ-ਗਰਮ ਕੌਫੀ ਬਣਾਓ, ਗਰਮ ਕੌਫੀ ਕੱਪ ਵਿੱਚ ਪਾਓ, ਕੱਪ ਨੂੰ ਪਲੇਟ ਵਿੱਚ ਰੱਖੋ, ਕੱਪ ਪਲੇਟ ਨੂੰ ਚੁੱਕ ਕੇ ਖਾਣੇ ਦੇ ਮੇਜ਼ ਉੱਪਰ ਰੱਖੋ। ਸੁਣਾ ਦਿੱਤੀ ਸੀ ਕਹਾਣੀ ਕਿ ਕਿਵੇਂ ਇਹ ਘਰੇਲੂ ਸਹਾਇਤਾ ਲਈ ਬਣੀਆਂ ਮਸ਼ੀਨਾਂ ਦਿਸਣ ਵਿੱਚ ਹੋ ਸਕਦੀਆਂ ਨੇ ਗਾਇਨੋਡ ਜਾਂ ਐਂਡਰੋਇਡ, ਯਾਨੀ ਔਰਤਾਂ ਵਰਗੀਆਂ ਜਾਂ ਮਰਦਾਂ ਵਰਗੀਆਂ। ਹਾਂਜੀ, ਹੋਈ ਸੀ ਚਰਚਾ ਇਹ ਵੀ ਕਿ ਮਸ਼ੀਨ ਤਾਂ ਮਸ਼ੀਨ ਹੀ ਹੈ, ਉਹ ਮਨੁੱਖ ਨਹੀਂ ਹੋ ਸਕਦੀ। ਸੁਣਾਇਆ ਸੀ ਬਿਰਤਾਂਤ ਕਿ ਇਹਨਾਂ ਸੰਵੇਦਨਸ਼ੀਲ ਮਸ਼ੀਨਾਂ ਦਾ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਹ ਆਪੇ ਤੋਂ ਬਾਹਰ ਹੋ ਸਕਦੀਆਂ ਨੇ। ਹਾਂਜੀ, ਇਹਨਾਂ ਮਸ਼ੀਨਾਂ ਵਿੱਚ ਸੰਵੇਦਨਾ ਤਾਂ ਮਨੁੱਖ ਜਿਹੀ ਪਾਈ ਜਾ ਸਕਦੀ ਹੈ, ਪਰ ਉਸ ਰਾਹੀਂ ਸਿਰਜੀ ਭਾਵਨਾ ਦੇ ਉੱਪਰ ਇਹ ਮਸ਼ੀਨਾਂ ਮਨੁੱਖ ਦੀ ਤਰ੍ਹਾਂ ਸਥਿਤੀ ਨੂੰ ਸਮਝ ਕੇ ਮੌਕੇ ਅਨੁਸਾਰ ਕਾਬੂ ਨਹੀਂ ਪਾ ਸਕਦੀਆਂ। ਹੱਦ ਤਾਂ ਉਦੋਂ ਹੋਈ ਤੇ ਪਹੁੰਚ ਗਿਆ ਇੱਕ ਖਤਰਨਾਕ ਮੋੜ ਕਹਾਣੀ ਦਾ, ਜਦੋਂ ਅੰਤ ਵਿੱਚ ਮਨੁੱਖੀ ਸੰਵੇਦਨਾ ਨਾਲ ਲੈਸ ਰੋਬੋਟ ਹੋ ਗਿਆ ਆਪੇ ਤੋਂ ਬਾਹਰ। ਨਾ ਪਾ ਸਕਿਆ ਕਾਬੂ ਆਪਣੀ ਭਾਵਨਾ ਦੇ ਉੱਪਰ ਤੇ ਇਸੇ ਬੇਕਾਬੂ ਭਾਵਨਾ ਦੇ ਵਹਿਣ 'ਚ ਚੱਲਿਆ ਸੀ ਕਰਨ ਹਮਲਾ ਆਪਣੇ ਰਕੀਬ ਦੇ ਉੱਪਰ। ਇਹ ਮਸ਼ੀਨਾਂ ਮਾਨਸਿਕ ਸੰਵੇਦਨਾ ਵਾਲੀਆਂ ਬਣ ਸਕਦੀਆਂ ਨੇ, ਵੱਡਾ ਖਤਰਾ ਵੀ ਮਨੁੱਖ ਤੇ ਸਮਾਜ ਦੋਹਾਂ ਦੇ ਲਈ। ਕਹਾਣੀ ਤਾਂ ਇਹ ਵੀ ਸੁਣਾ ਦਿੱਤੀ ਸੀ ਕਿ ਭਾਵਨਾ ਨੂੰ ਕਾਬੂ 'ਚ ਨਾ ਰੱਖਣ ਦੇ ਕਾਰਨ ਆਪ ਮੁਹਾਰੇ ਦੀ ਅੱਗ ਵਿੱਚ ਸੜਦੇ ਰੋਬੋਟ ਨੂੰ ਦੇਣਾ ਪਿਆ ਸੀ ਧੋਖਾ ਇਸ ਦੇ ਸਿਰਜਣਹਾਰ ਵੱਲੋਂ ਵੀ। ਗੱਲ ਤਾਂ ਇਹ ਵੀ ਹੋਈ ਸੀ ਕਿ ਇਸ ਸੰਵੇਦਨਸ਼ੀਲ ਰੋਬੋਟ ਨੂੰ ਪੁਚਕਾਰ ਕੇ ਨੇੜੇ ਬੁਲਾ ਕੇ ਇਸ ਨੂੰ ਭਰੋਸੇ ਵਿੱਚ ਲੈ ਕੇ ਪਰਸ ਵਿੱਚ ਪਏ ਰਿਮੋਟ ਨਾਲ ਕਰਨਾ ਪਿਆ ਸੀ ਨਿਸ਼ਕਿਰਿਆ। ਹਾਂਜੀ ਦੋਸਤੋ, ਹੱਦ ਤਾਂ ਉਦੋਂ ਹੋ ਗਈ ਜਦੋਂ ਸਭ ਦੇ ਸਾਹਮਣੇ ਇਹ ਡਿੱਗ ਪਿਆ ਇਹ ਕਹਿੰਦਾ ਹੋਇਆ ਕਿ ਇਸ ਮਨੁੱਖ ਨੇ ਮੇਰੇ ਨਾਲ ਧੋਖਾ ਕੀਤਾ। ਚਰਚਾ ਵਿੱਚ ਤਾਂ ਇਹ ਸਪਸ਼ਟ ਹੋ ਗਿਆ ਸੀ ਕਿ ਇਸ ਭਾਵਨਾਵਾਂ ਦੇ ਵਹਿਣ ਵਿੱਚ ਗ੍ਰੇਸੇ ਬੇਕਾਬੂ ਰੋਬੋਟ ਨੂੰ ਉਸ ਹਾਲਤ ਦੇ ਮੱਦੇਨਜ਼ਰ ਪੁਚਕਾਰ ਕੇ ਰਿਮੋਟ ਦੀ ਜ਼ਦ ਵਿੱਚ ਲਿਆਉਣ ਲਈ ਨੇੜੇ ਬੁਲਾ ਕੇ ਨਿਸ਼ਕਿਰਿਆ ਕਰਨ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਸੀ। ਸੋ ਦੋਸਤੋ, ਇਸ ਕਹਾਣੀ 'ਚ ਤਾਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਐਸੀ ਅਣਹੋਣੀ ਵਾਪਰਨ ਦਾ ਖਦਸ਼ਾ ਸੀ ਇਹਦੇ ਨਿਰਮਾਤਾ ਨੂੰ ਵੀ, ਜਿਸ ਕਰਕੇ ਉਸਨੇ ਇਹਦੇ ਅੰਦਰ ਲਾ ਦਿੱਤਾ ਸੀ ਚੁਪਕੇ ਜੇ ਇਹਨੂੰ ਡੀਐਕਟੀਵੇਟ ਕਰਨ ਦਾ ਜੰਤਰ, ਜਿਸ ਨੂੰ ਔਨ ਕਰਕੇ ਰਿਮੋਟ ਨੂੰ ਰੱਖਣਾ ਪੈਂਦਾ ਸੀ ਆਪਣੇ ਪਰਸ ਵਿੱਚ। ਜੀ ਹਾਂ, ਇਹੀ ਤਾਂ ਹੈ ਸਹੀ ਨਿਰਣੇ ਲੈਣ ਦੀ ਕਲਾ ਬਣਾਉਟੀ ਬੌਧਿਕਤਾ ਦੇ ਖੇਤਰ ਵਿੱਚ ਇਸ ਦੇ ਬੇਕਾਬੂ ਹੋ ਕੇ ਤਬਾਹੀ ਵਾਲੇ ਮੰਜ਼ਰ ਤੋਂ ਬਚਣ ਦੇ ਲਈ। ਹਰ ਇੱਕ ਦਫ਼ਤਰੀ ਕੰਮ ਵਿੱਚ ਇਹਨਾਂ AI ਮਸ਼ੀਨਾਂ ਦੇ ਹਵਾਲੇ ਕਰਕੇ ਸਕੂਨ ਬੇਸ਼ੱਕ ਮਿਲਦਾ ਹੋਵੇ, ਪਰ ਇਹਦੇ ਖਤਰੇ ਬਹੁਤ ਵੱਡੇ ਨੇ ਸਮਾਜ ਲਈ ਤੇ ਮਨੁੱਖਤਾ ਲਈ ਵੀ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ ਦੀ 35ਵੀਂ ਕੜੀ।
ਹਿੱਸਾ ਲੈਣ ਵਾਲੇ ਕਲਾਕਾਰ ਦਲਜਿੰਦਰ ਸਿੰਘ, ਪੂਨਮ ਤੇ ਸੁਨੀਲ ਜੋਸ਼ੀ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।